ਸਿੱਧੂ ਸਾਹਿਬ ਦੀ ਇਹ ਸਟੇਟਮੈਂਟ ਜਾਂ ਫਿਰ ਬਾਜਵਾ ਸਾਹਿਬ ਜਿਸ ਤਰੀਕੇ ਨਾਲ ਉਸ ਸਮੇਂ ਬੋਲੇ ਸੀ, ਜਿਹੜਾ ਜਲੰਧਰ ਵਾਲਾ ਪ੍ਰੋਗਰਾਮ ਹੈ, ਕਿ ਵਾਕਈ ਹੀ ਜ਼ਰੂਰਤ ਲੱਗਦੀ ਹੈ ਕਾਂਗਰਸ ਨੂੰ? ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਨਾ ਤੁਹਾਡੇ ਤੋਂ ਹਾਰ ਪਚਾ ਹੋ ਰਹੀ ਹੈ, ਨਾ ਤੁਹਾਡੇ ਤੋਂ ਪਪੂਲੈਰਿਟੀ ਸਹਿਨ ਹੋ ਰਹੀ ਹੈ ਭਗਵੰਤ ਮਾਨ ਦੀ? ਗੌਰਵ ਜੀ, ਮੇਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਕਨਸਟੀਟਿਊਸ਼ਨਲ ਪੋਸਟ ਤੇ ਹੋ, ਪੰਜਾਬ ਦਾ ਫੇਸ ਹੋ, ਜੋ ਤੁਸੀਂ ਕਹਿੰਦੇ ਹੋ ਉਹ ਪੰਜਾਬ ਦੀ ਇਮੇਜ ਨੂੰ ਰਿਫਲੈਕਟ ਕਰਦਾ ਹੈ, ਪੰਜਾਬ ਦੀ ਛਵੀ ਪ੍ਰੈਜ਼ੈਂਟ ਕਰਦਾ ਹੈ। ਤੇ ਜਦੋਂ ਤੁਸੀਂ ਇਹ ਜੇ ਪਰਸਨਲ ਕਮੈਂਟਸ ਕਰਦੇ ਹੋ, ਤੁਸੀਂ ਆ ਇਮੇਜ ਪੰਜਾਬ ਦੀ ਪੂਰੇ ਦੇਸ਼ ਨੂੰ, ਪੂਰੀ ਦੁਨੀਆ ਨੂੰ ਪ੍ਰੈਜ਼ੈਂਟ ਕਰਦੇ ਹੋ। ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਗੌਰਵ ਜੀ ਕਿਹਾ ਕਿਉਂਕਿ ਭਗਵੰਤ ਮਾਨ ਸਾਹਿਬ ਉਸ ਕੁਰਸੀ ਤੇ ਨੇ, ਉਸ ਪੋਸਟ ਤੇ ਨੇ ਜੋ ਡਿਜ਼ਰਵ ਕਰਦੀ ਹੈ ਰਿਸਪੈਕਟ, ਮਾਨ ਸਤਕਾਰ ਡਿਜ਼ਰਵ ਕਰਦੀ ਹੈ, ਤੇ ਭਗਵੰਤ ਮਾਨ ਸਾਹਿਬ ਨੂੰ ਵੀ ਉਹਦਾ ਮਾਨ ਸਤਕਾਰ ਰੱਖਣਾ ਚਾਹੀਦਾ ਹੈ। ਦੂਜੀ ਗੱਲ ਗੌਰਵ ਜੀ ਇਹ ਹੈ ਕਿ ਤੁਸੀਂ ਗੱਲ ਦੇਖੋ, ਇਹਨਾਂ ਦਾ ਕਹਿਣਾ ਕਿ ਸਾਨੂੰ ਇਹ ਬਿਆਨਾਤ ਪਹਿਲਾਂ ਕਹੇ ਗਏ ਤਾਂ ਕਰਕੇ ਅਸੀਂ ਜਵਾਬ ਦੇ ਰਹੇ ਹਾਂ। ਪਹਿਲੀ ਗੱਲ ਤਾਂ ਟੂ ਰੌਂਗਸ ਡੋਂਟ ਮੇਕ ਵਨ ਰਾਈਟ, ਇਹ ਗੱਲ ਆਪਾਂ ਸਮਝ ਲਈਏ। ਜਿਹੜਾ ਹੁੰਦਾ ਹੈ ਉਹ ਪੰਜਾਬ ਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਵਾਲਾ ਹੈ, ਪੰਜਾਬ ਦੀ ਸਭ ਤੋਂ ਵੱਡੇ ਜ਼ਿੰਮੇਵਾਰੀ ਵਾਲਾ ਹੈ, ਤੇ ਉਹਦੇ ਬਾਵਜੂਦ ਜੋ ਤੁਸੀਂ ਇਹ ਜੇ ਬਿਆਨਾਤ ਜਾਰੀ ਕਰਦੇ ਹੋ ਤੇ ਪੰਜਾਬ ਦੀ ਇੱਕ ਬੜੀ ਜਿਹੜੀ ਇਮੇਜ ਕਨਵੇ ਹੋਣੀ ਚਾਹੀਦੀ ਸੀਗੀ ਉਹ ਇਮੇਜ ਨਹੀਂ ਕਨਵੇ ਕਰ ਪਾ ਰਹੇ ਹੋ। ਤੇ ਤੀਜੀ ਗੱਲ ਗੌਰਵ ਜੀ ਇਹ ਹੈ ਜ਼ਰੂਰੀ ਗੱਲ ਕਿ ਇਹਨਾਂ ਨੇ ਕਿਹਾ ਕਿ ਅਸੀਂ ਰੈਸੀਪ੍ਰੋਕੇਟ ਕੀਤਾ। ਰਾਹੁਲ ਜੀ ਵਾਲਾ ਬਿਆਨ ਤੁਸੀਂ ਸੁਣ ਲਓ ਜੋ ਭਗਵੰਤ ਮਾਨ ਸਾਹਿਬ ਨੇ ਰਾਹੁਲ ਜੀ ਲਈ ਕਿਹਾ। ਰਾਹੁਲ ਜੀ ਨੇ ਤਾਂ ਕੋਈ ਬਿਆਨਾਤ ਨਹੀਂ ਦਿੱਤੇ ਸੀਗੇ ਭਗਵੰਤ ਮਾਨ ਸਾਹਿਬ ਨੂੰ ਲੈ ਕੇ, ਕੋਈ ਐਸੀ ਗੱਲ ਹੀ ਨਹੀਂ ਕਹੀ ਸੀ ਭਗਵੰਤ ਮਾਨ ਸਾਹਿਬ ਨੂੰ ਲੈ ਕੇ ਜਿਹਦੇ ਲਈ ਇੱਕ ਰੈਸੀਪ੍ਰੋਕੇਸ਼ਨ, ਇੱਕ ਰਿਪਲਾਈ ਦੇਣਾ ਜ਼ਰੂਰੀ ਬਣਦਾ ਸੀਗਾ। ਉਹਦੇ ਬਾਵਜੂਦ ਰਾਹੁਲ ਜੀ ਦੀ ਟਿੱਪਣੀ ਹੋਈ। ਇੱਥੋਂ ਕੀ ਝਲਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਬਦਲਾਵ ਕਹਿ ਕੇ ਆਈ ਸੀ ਉਹ ਆਹ ਬਦਲਾਵ ਲੈ ਕੇ ਆਈ ਸੀ ਕਿ ਪੰਜਾਬ ਦੀ ਜਿਹੜੀ ਇਮੇਜ ਨੂੰ ਹੈ ਅਸੀਂ ਢਾਹ ਲਾ ਦੇਣੀ ਹੈ ਜੇ ਗੱਲਾਂ ਕਰਕੇ, ਜਿਹੜੇ ਅਸਲ ਇਸ਼ੂਜ਼ ਹੈ, ਅਸਲ ਏਜੰਡਾਜ਼ ਹੈ, ਉਹਨਾਂ ਨੂੰ ਸਾਈਡਲਾਈਨ ਕਰਕੇ। ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਜੇ ਟਿੱਪਣੀਆਂ ਹੋ ਰਹੀਆਂ ਤਾਂ ਫਿਰ ਸੀਐਮ ਉਸ ਦੇ ਉੱਤੇ ਰਿਐਕਟ ਨਾ ਕਰਨ? ਨਹੀਂ, ਸਿੰਪਲ ਜੀ ਗੱਲ ਹੈ ਗੌਰਵ ਜੀ, ਇਹ ਕਿਹੜੇ ਡੈਫਾਮੇਟਰੀ ਹੈ? ਜੇ ਡੈਫਾਮੇਟਰੀ ਹੈ ਤੇ ਤੁਸੀਂ ਕੋਰਟ 'ਚ ਕਿਉਂ ਨਹੀਂ ਗਏ? ਤੁਸੀਂ ਕੋਈ ਕੇਸ ਕਿਉਂ ਨਹੀਂ ਇਨੀਸ਼ੀਏਟ ਕੀਤਾ? ਹੋ ਗਏ ਨਾ ਐਕਸਪੋਜ਼। ਇੱਥੇ ਸਿਰਫ ਰਾਜਨੀਤੀਕਰਨ ਕਰ ਰਹੇ ਆ, ਪੋਲਿਟਿਸਾਈਜੇਸ਼ਨ ਕਰ ਰਹੇ ਇਸ ਇਸ਼ੂ ਦੀ। ਦੂਜੀ ਗੱਲ ਗੌਰਵ ਜੀ ਇਹ ਹੈ ਕਿ ਸੀਐਮ ਸਾਹਿਬ ਅੱਜ ਸਟੇਜ ਤੇ ਸੀਗੇ, ਮੌਕਾ ਸੀਗਾ ਇਸ਼ੂਜ਼ ਤੇ ਗੱਲ ਕਰਨ ਦਾ। ਕਹਿੰਦੇ ਨਾ ਇਸ਼ੂਜ਼ ਤੇ ਰਾਜਨੀਤੀ ਕਰਿਆ ਕਰੋ, ਪਰਸਨਲ ਗੱਲਾਂ ਨਾ ਕਰਿਆ ਕਰੋ। ਪਰ ਇਸ਼ੂਜ਼ ਤੇ ਤੁਸੀਂ ਰਾਜਨੀਤੀ ਕਿਉਂ ਨਹੀਂ ਕੀਤੀ? ਇਸ਼ੂਜ਼ ਦੀ ਗੱਲ ਕਿਉਂ ਨਹੀਂ ਕੀਤੀ? ਡਿਸਕਸ਼ਨ ਕਿਉਂ ਨਹੀਂ ਕੀਤੀ? ਉਹ ਟਾਈਮ ਯੂਟਿਲਾਈਜ਼ ਹੋ ਸਕਦਾ ਸੀਗਾ ਪੰਜਾਬ ਦੀ ਬਿਹਤਰੀ ਲਈ। ਉਹ ਟਾਈਮ ਯੂਟਿਲਾਈਜ਼ ਹੋਣੇ ਨੇ ਇਹ ਤਾਂ ਕਹਿਤਾ ਵੀ ਸਾਰੇ ਇਕੱਠੇ ਕਿਉਂ ਹੋਏ ਜੀ ਪਲੇਟਫਾਰਮ ਤੇ। ਲੇਕਿਨ ਮੈਂ ਇਹਨਾਂ ਨੂੰ ਗੱਲ ਪੁੱਛਦਾ ਕਿ ਕੀ ਸਿਰਫ ਦਿੱਲੀ ਆਰਡੀਨੈਂਸ ਇਸ਼ੂ ਹੈ? ਮੀਡੀਆ ਦੀ ਸਪਰੈਸ਼ਨ, ਆਮ ਟਵਿਸਟਿੰਗ ਇਸ਼ੂ ਨਹੀਂ ਹੈ? ਤੇ ਜੇ ਨਹੀਂ ਹੈ ਤਾਂ ਆਪਦਾ ਬਿਆਨ ਵਾਪਸ ਲਵੇ ਆਮ ਆਦਮੀ ਪਾਰਟੀ, ਜੋ ਬੀਜੇਪੀ ਦੇ ਮੁਤਲਕ ਦਿੱਤਾ ਸੀਗਾ ਕਿ ਬੀਜੇਪੀ ਦੀ ਸਰਕਾਰ ਮੀਡੀਆ ਸਪਰੈਸ ਕਰ ਰਹੀ ਹੈ ਸੈਂਟਰ ਤੇ। ਦੂਜੀ ਗੱਲ ਗੌਰਵ ਜੀ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਐਸੇ ਮਤਲਬ ਕਿ ਦਿੱਲੀ ਆਰਡੀਨੈਂਸ ਤੇ ਕਾਂਗਰਸ ਦਾ ਸਮਰਥਨ ਮੰਗ ਸਕਦੀ ਹੈ ਇਲਜ਼ਾਮ ਲਾ ਕੇ, ਹੋਰ ਪਾਰਟੀਆਂ ਮਮਤਾ ਬੈਨਰਜੀ ਕੋਲ ਜਾ ਸਕਦੀ ਹੈ, ਸ਼ਰਦ ਪਵਾਰ ਸਾਹਿਬ ਕੋਲ ਜਾ ਸਕਦੀ ਹੈ, ਠਾਕਰੇ ਸਾਹਿਬ ਕੋਲ ਜਾ ਸਕਦੀ ਹੈ, ਤੇ ਫਿਰ ਕਾਂਗਰਸ ਪਾਰਟੀ ਤੇ ਦੂਜੀ ਪਲੇਟਫਾਰਮ ਪਾਰਟੀ ਇੱਕ ਪਲੇਟਫਾਰਮ ਤੇ ਜੇ ਇਕੱਠੀਆਂ ਹੋ ਗਿਆ ਉਹਦੇ ਵਿੱਚ ਗਲਤ ਕੀ? ਸਭ ਤੋਂ ਵੱਡਾ ਪੁਆਇੰਟ ਗੌਰਵ ਜੀ ਜਿਹੜਾ ਮੈਂ ਲਾਸਟ ਲਈ ਰੱਖਿਆ ਸੀਗਾ, ਇਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਸਿੱਧੂ ਸਾਹਿਬ ਲਈ ਜੋ ਬਿਆਨਾਤ ਦਿੱਤੇ ਅੱਜ, ਉਹ ਆਪਦੇ ਆਪ ਨੂੰ ਕੰਟਰਾਡਿਕਟ ਕੀਤਾ ਭਗਵੰਤ ਮਾਨ ਸਾਹਿਬ ਨੇ। ਇੱਥੋਂ ਪਤਾ ਲੱਗਦਾ ਕ੍ਰੈਡੀਬਿਲਿਟੀ, ਸ਼ਬਦਾਂ ਦੇ ਵਿੱਚ ਕ੍ਰੈਡੀਬਿਲਿਟੀ ਕਿੰਨੀ ਬਾਕੀ ਹੈ। ਇਹੀ ਭਗਵੰਤ ਮਾਨ ਸਾਹਿਬ ਨੇ ਜਿਨ੍ਹਾਂ ਨੇ ਗੌਰਵ ਜੀ ਬੈਕ ਇਨ ਦ ਡੇ ਸਿੱਧੂ ਸਾਹਿਬ ਲਈ ਸ਼ਬਦ ਵਰਤੇ ਸੀਗੇ ਕਿ ਸਿੱਧੂ ਸਾਹਿਬ ਵਰਗਾ ਓਨੈਸਟ ਮੈਨ ਕੋਈ ਨਹੀਂ ਹੈ। ਸਿੱਧੂ ਸਾਹਿਬ ਜਿਹੜੇ ਹੈ ਜੇ ਸਾਡੀ ਪਾਰਟੀ ਚ ਆਉਣਗੇ ਤਾਂ ਮੈਂ ਵੈਲਕਮ ਕਰੂੰਗਾ। ਮੈਂ ਸਿੱਧੂ ਸਾਹਿਬ ਦਾ ਫੈਨ ਹੈ, ਮੈਂ ਅੱਗੇ ਵੀ ਫੈਨ ਰਹੂੰਗਾ। ਤੇ ਇੱਥੇ ਤੁਸੀਂ ਆ ਜ਼ਰਾ ਸਟੇਟਮੈਂਟ ਦਿਖਾ ਦਿਓ, 10 ਸੈਕਿੰਡ ਦੀ ਹੈ ਦਰਸ਼ਕਾਂ ਨੂੰ। ਇਜ਼ ਅ ਡੈਮ ਓਨੈਸਟ ਪਰਸਨ। ਜ਼ੂਮ ਕਰ ਦਿਓ ਕਾਈਂਡਲੀ। ਕੋਈ ਦਾਗ ਨਹੀਂ। ਜੇ ਨਵਜੋਤ ਜੀ ਸਾਡੇ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਾਂ। ਕ੍ਰਿਕਟ ਦੇ ਵਿੱਚ ਵੀ ਮੈਂ ਤਾਂ ਉਹਦਾ ਫੈਨ। ਜਦੋਂ ਨਵਜੋਤ ਸਿੰਘ ਸਿੱਧੂ, ਸ਼੍ਰੀਕਾਂਤ ਨਾਲ 10 ਸੈਕਿੰਡ ਗੌਰਵ ਜੀ, 10 ਸੈਕਿੰਡ ਹੀ ਹੈ ਜੀ। ਜਦੋਂ ਉਹ ਆਊਟ ਹੋ ਜਾਂਦੇ ਸੀ ਮੈਂ ਟੀਵੀ ਬੰਦ ਕਰ ਦਿੰਦਾ ਸੀ ਵੀ ਚਲੋ ਆਪਣਾ ਬੰਦਾ ਤਾਂ ਆਊਟ ਹੋ ਗਿਆ, ਛੱਡੋ ਪਰੇ ਕੀ ਮੈਚ ਦੇਖਾਂਗੇ ਹੁਣ। ਸੋ ਮੈਂ ਤਾਂ ਅੱਜ ਵੀ ਉਹਦਾ ਡੈਮ ਓਨੈਸਟ ਪਰਸਨ ਹੈ। ਮੈਂ ਅੱਜ ਵੀ ਉਹਦਾ ਗੌਰਵ ਜੀ ਇੱਕ ਹੋਰ ਚੀਜ਼ ਦਿਖਾਉਣੀ ਹੈ ਮੈਂ ਜਨਤਾ ਨੂੰ ਤਾਂ ਕਿ ਪੰਜਾਬ ਦੀ ਬਹੁਤ ਕਲੀਅਰਲੀ ਉਹਨਾਂ ਤੱਕ ਸ਼ਾਇਦ ਨਾ ਪਹੁੰਚੀ ਹੋਵੇ। ਇੱਕ ਪੁਆਇੰਟ ਦੇਖੋ ਤੁਸੀਂ, ਇਹਦੇ ਵਿੱਚ ਭਗਵੰਤ ਮਾਨ ਸਾਹਿਬ ਇਹ ਪਿਕਚਰ ਬੜੀ ਵਾਇਰਲ ਹੋ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ। ਸਿੱਧੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਹੈ, ਪੈਰੀ ਹੱਥ ਲਾ ਰਹੇ ਹੈ। ਤੇ ਜਿਹਨੂੰ ਤੁਸੀਂ ਉਹਨਾਂ ਦੇ ਪੈਰੀ ਹੱਥ ਕਿਸੇ ਦੇ ਲਾਓ, ਕਿਸੇ ਨੂੰ ਆਪਦਾ
ਤੁਸੀਂ ਦੱਸੋ ਵੀ ਮੈਂ ਉਹਨਾਂ ਦਾ ਫੈਨ ਹੈ ਤੇ ਮੈਂ ਰਹੂੰਗਾ। ਬੜੇ ਓਨੈਸਟ ਨੇ, ਬੜੇ ਅੱਛੇ ਵਿਅਕਤੀ ਨੇ, ਤੇ ਉਹਨਾਂ ਬਾਰੇ ਇਹ ਠੀਕ ਹੈ, ਚਲੋ ਟਿੱਪਣੀ ਕਰਨੀ, ਤੁਸੀਂ ਆਪਦੇ ਆਪ ਨੂੰ ਕੰਟਰਡਿਕਟ ਕਰ ਲਿਆ ਤੇ ਦੱਸਤਾ ਵੀ ਕ੍ਰੈਡੀਬਿਲਿਟੀ ਕੀ ਹੈ ਤੁਹਾਡੇ ਬਿਆਨਾਤ ਦੇ ਵਿੱਚ, ਜਿਹਨੂੰ ਮੈਂ ਅੱਜ ਕੱਲ ਕਹੂੰਗਾ। ਠੀਕ ਹੈ, ਪਰ ਗੌਰਵ ਜੀ ਮੈਂ ਇੱਕ ਵਾਰੀ ਜਵਾਬ ਲਵਾਂਗਾ, ਮੈਂ ਇੱਕ ਵਾਰੀ ਸਾਰੇ ਨੂੰ ਐਡ ਕਰਾਂ। ਨਹੀਂ ਦੇਖੋ ਖੜਿਆਲ ਸਾਹਿਬ ਪੁਆਇੰਟ ਇੱਥੇ ਇਹ ਵੀ ਹੈ, ਤੁਸੀਂ ਉਸ ਦੇ ਉੱਪਰ ਰਿਐਕਟ ਕਰਿਓ, ਪਰ ਪੁਆਇੰਟ ਇਹ ਹੈ ਕਿ ਬਤੌਰ ਕ੍ਰਿਕਟਰ ਤਾਂ ਸ਼ਾਇਦ ਆਪਾਂ ਸਾਰੇ ਹੀ ਫੈਨ ਹੋਈਏ ਨਵਜੋਤ ਸਿੱਧੂ ਦੇ, ਬਤੌਰ ਕ੍ਰਿਕਟਰ ਆਪਾਂ ਸਾਰੇ ਹੀ ਫੈਨ ਹੋਈਏ। ਵੈਰੀ ਓਨੈਸਟ ਮੈਨ, ਜੇ ਪਾਰਟੀ ਚਾਹਣਗੇ ਤਾਂ ਮੈਂ ਵੈਲਕਮ ਕਰੂੰਗਾ। ਠੀਕ ਹੈ, ਚਲੋ ਮੈਂ ਇਹਦੇ ਉੱਪਰ ਰਿਐਕਸ਼ਨ ਲਵਾਂਗਾ, ਇਸ ਦੇ ਉੱਪਰ ਰਿਐਕਸ਼ਨ ਲਵਾਂਗਾ। ਪਹਿਲਾਂ ਕਲੇਰ ਸਾਹਿਬ ਤੇ ਉਸ ਤੋਂ ਬਾਅਦ ਮੈਂ ਚੰਨੀ ਦਾ ਰੁਖ ਕਰਕੇ ਫਿਰ ਮਿੱਤਲ ਸਾਹਿਬ ਕੋਲ ਆਨੇ, ਆਪਾਂ ਸਾਰਿਆਂ ਦਾ ਰਿਐਕਸ਼ਨ ਲਵਾਂਗੇ। ਕਲੇਰ ਸਾਹਿਬ, ਟਿੱਪਣੀਆਂ ਤਾਂ ਅਕਾਲੀ ਦਲ ਦੇ ਵੱਲੋਂ ਵੀ ਬਹੁਤ ਸਾਰੀਆਂ ਹੋਈਆਂ, ਖਾਸ ਤੌਰ ਤੇ ਬਿਕਰਮ ਮਜੀਠੀਆ ਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਭਗਵੰਤ ਮਾਨ ਨੂੰ ਲੈ ਕੇ ਪਿਛਲੇ ਕੁਝ ਸਮੇਂ ਦੇ ਵਿੱਚ, ਜਿਹੜੀਆਂ ਪ੍ਰੈਸ ਕਾਨਫਰੰਸਿਸ ਹੋਈਆਂ। ਹੁਣ ਖੜਿਆਲ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਇੱਕ ਇਮੇਜ ਹੁੰਦੀ ਹੈ ਸਟੇਟ ਦੀ, ਉਹ ਖਰਾਬ ਹੁੰਦੀ ਹੈ। ਫਿਰ ਇਮੇਜ ਤਾਂ ਜਿਹੜੇ ਆਪੋਜੀਸ਼ਨ ਦੇ ਵਿੱਚ ਲੀਡਰਸ ਨੇ ਉਹਨਾਂ ਦੇ ਨਾਲ ਵੀ ਅਸਰ ਪੈਂਦਾ, ਨਹੀਂ ਤੁਹਾਨੂੰ ਲੱਗਦਾ? ਗੌਰਵ ਜੀ, ਭਗਵੰਤ ਮਾਨ ਸਾਹਿਬ ਨੂੰ ਦੇਖ ਕੇ ਨਾ ਮੈਨੂੰ ਉਹ ਬਚਪਨ ਦਾ ਹਰ ਇੱਕ ਪਿੰਡ ਦੇ ਹਰ ਇੱਕ ਜਿਹੜੇ ਆਪਾਂ ਬੱਚੇ ਖੇਡਦੇ ਉਹਨਾਂ 'ਚ ਇੱਕ ਰੋਂਡੀ ਜਵਾਕ ਜਿਹੜਾ ਹੁੰਦਾ ਸੀ, ਜਿਹਨੇ ਰੋਂਡੀ ਪਾਉਣੀ ਆ, ਉਹ ਭਗਵੰਤ ਮਾਨ ਸਾਹਿਬ ਦਾ ਹਾਲ। ਦੇਖੋ, ਮੈਂ ਅੱਜ ਭਗਵੰਤ ਮਾਨ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਸਿੱਧਾ ਤੇ ਸਪਸ਼ਟ ਸਵਾਲ ਪੁੱਛਦਾ ਹਾਂ। 2014 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ। ਭਗਵੰਤ ਮਾਨ ਸਾਹਿਬ ਨੇ ਕਿਹੜੀ ਸਟੇਜ ਸੀ ਪੰਜਾਬ ਦੀ ਜਿੱਥੇ ਵਿਰੋਧੀ ਪਾਰਟੀ ਔਰ ਖਾਸ ਕਰਕੇ ਸਰਕਾਰ ਦੇ ਨੁਮਾਇੰਦਿਆਂ ਦਾ ਮਜ਼ਾਕ ਨਹੀਂ ਉਡਾਇਆ? ਕਿੱਕਲੀ ਕੌਣ ਪਾਉਂਦਾ ਸੀ ਸਟੇਜਾਂ ਤੇ ਚੜ ਕੇ? ਭਗਵੰਤ ਮਾਨ। ਕਿਸੇ ਦੀ ਘਰਵਾਲੀ ਵਾਸਤੇ ਭੱਦੀ ਸ਼ਬਦਾਵਲੀ ਕੌਣ ਵਰਤਦਾ ਸੀ? ਭਗਵੰਤ ਮਾਨ। ਆਪਦੇ ਤਾਂ ਦੁੱਗਣੀ ਉਮਰ ਦੇ ਲੀਡਰਸ ਨੂੰ ਕਦੇ ਮਾਂਜ ਕੇ ਸਿੱਟ ਦਾਂਗੇ ਜੀ, ਅਜੇ ਮਾਂਜਤਾ ਜੀ, ਇਹ ਸ਼ਬਦਾਵਲੀ ਕੌਣ ਵਰਤਦਾ ਸੀ? ਭਗਵੰਤ ਮਾਨ। ਤੇ ਜੇ ਕਹਿੰਦੇ ਹੋ ਨਾ ਫਿਰ ਸੁਣਨ ਦਾ ਵੀ ਅਮਾਦਾ ਰੱਖੋ। ਤੇ ਅੱਜ ਤੋਂ ਆਪਣੇ ਤੇ ਗੱਲ ਆਈ, ਹੁਣ ਮਾਨ ਸਾਹਿਬ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ, ਹੁਣ ਕਹਿੰਦੇ ਜੀ ਮੇਰੇ ਤੇ ਟਿੱਪਣੀ ਕਰੋਗੇ ਤਾਂ ਮੈਂ ਇਦਾਂ ਹੀ ਕਰੂੰਗਾ। ਤਾਂ ਮੈਂ ਮਾਨ ਸਾਹਿਬ ਨੂੰ ਯਾਦ ਕਰਾ ਦਿਆਂ ਕਿ ਗੰਦੀ ਸ਼ਬਦਾਵਲੀ, ਗੰਦੀਆਂ ਟਿੱਪਣੀਆਂ, ਇਹ ਕਹਿਣਾ ਕਿ ਜੀ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੇ ਉੱਤੇ ਤੁਸੀਂ ਚੱਪਲਾਂ ਸਿੱਟੋ, ਜੁੱਤੀਆਂ ਸਿੱਟੋ, ਇਹ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੀ ਰਾਜਨੀਤੀ ਸ਼ੁਰੂ ਕੀਤਾ ਹੈ। ਤੇ ਜਦੋਂ ਅੱਜ ਆਪਣੇ ਤੇ ਪੁੱਠਾ ਪੈ ਰਿਹਾ ਤਾਂ ਹੁਣ ਚੀਕਾਂ ਨਾ ਮਾਰੋ। ਔਰ ਦੂਸਰੀ ਗੱਲ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਪੰਜਾਬ ਤੇ ਕੰਮ ਕਰਨ ਦੇ ਲਈ ਕਿ ਹਰ ਇੱਕ ਸਟੇਜ ਤੇ ਦੁਬਾਰਾ ਜੁਗਨੂ ਕਹਿੰਦਾ ਹੈ ਸਕਿੱਟਾਂ ਸੁਣਾਉਣ ਦੇ ਲਈ? ਕਿਉਂਕਿ ਤੁਸੀਂ ਨਾ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਨਾ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਦੇ ਹੋ, ਨਾ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਹੋ, ਨਾ ਜਿਹੜਾ ਕੇਂਦਰ ਨੇ ਪੰਜਾਬ ਦਾ ਫੰਡ ਰੋਕਿਆ ਉਹਦੀ ਗੱਲ ਕਰਦੇ ਹੋ, ਨਾ ਜਿਹੜਾ ਲੋਨ ਦੇ ਵਿੱਚ 18% ਦਾ ਕੱਟ ਲੱਗ ਗਿਆ ਉਹਦੀ ਗੱਲ ਕਰਦੇ ਹੋ, 18 ਕਰੋੜ ਦਾ। ਗੱਲ ਕੀ ਕਰਦੇ ਹੋ ਕਿ ਜੀ ਉਹਨੇ ਮੈਨੂੰ ਇਹ ਕਿਹਾ, ਮੈਂ ਉਹਨੂੰ ਇਹ ਜਵਾਬ ਦਿੱਤਾ। ਅੱਜ ਕਹਿੰਦੇ ਏਦਾਂ ਹਿਸਾਬ ਹੋਣਗੇ ਪੰਜਾਬ ਦੇ। ਤਾਂ ਮਾਨ ਸਾਹਿਬ ਆਜੋ ਹਿਸਾਬ ਕਰਨ ਬਹਿਨੇ ਆ, ਤਾਂ ਫਿਰ ਹਿਸਾਬ ਕੱਲੀ ਗੱਲ ਦਾ ਹੋਣਾ ਚਾਹੀਦਾ। ਹਿਸਾਬ ਤਾਂ ਤੁਹਾਨੂੰ ਇਸ ਗੱਲ ਦਾ ਵੀ ਦੇਣਾ ਪਊਗਾ ਕਿ 7 ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਦਿੱਲੀ ਕੇਜਰੀਵਾਲ ਦੇ ਕਹਿਣ ਤੇ ਵੇਚੀਆਂ, ਉਹ ਪੈਸਾ ਕਿਹਦੇ ਕੋਲ ਗਿਆ? 2 ਪੰਜਾਬੀਆਂ ਨੂੰ ਹਿਸਾਬ। 4 ਚੇਅਰਮੈਨੀਆਂ, ਚਾਹੇ ਰੇਰਾ ਦੀ ਹੋਵੇ, ਚਾਹੇ ਐਜੂਕੇਸ਼ਨ ਬੋਰਡ ਦੀ ਚੇਅਰਮੈਨ ਹੋਵੇ, ਚਾਹੇ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਹੋਣ, ਸਾਰੇ ਦਿੱਲੀੋਂ ਲਿਆ ਕੇ ਲੱਗ ਰਹੇ ਨੇ। ਕਿਹਨੂੰ ਪੈਸਾ ਜਾ ਰਿਹਾ? ਦਿਓ ਹਿਸਾਬ। ਜ਼ੀਰਾ ਸ਼ਰਾਬ ਫੈਕਟਰੀ ਖੋਲਣ ਦਾ ਪੈਸਾ ਕਿਹਨੂੰ ਗਿਆ? ਦਿਓ ਹਿਸਾਬ। ਮੁੱਖ ਮੰਤਰੀ ਹੋ ਕੇ 4 ਕੋਠੀਆਂ ਚੰਡੀਗੜ੍ਹ 'ਚ ਰੱਖਣੀਆਂ ਕਿਸੇ ਮੁੱਖ ਮੰਤਰੀ ਨੇ ਨਹੀਂ ਰੱਖੀਆਂ। ਰਾਘਵ ਚੱਡਾ ਇੱਕ ਰਾਜ ਸਭਾ ਦਾ ਮੈਂਬਰ ਹੈ, ਉਹਨੂੰ ਵੀ ਤੁਸੀਂ 4 ਕਨਾਲ ਦੀ ਚੰਡੀਗੜ੍ਹ 'ਚ ਕੋਠੀ ਦਿੱਤੀ ਹੈ, ਜ਼ੈਡ ਸਿਕਿਉਰਿਟੀ। ਰਾਘਵ ਚੱਡਾ ਨੂੰ, ਕੇਜਰੀਵਾਲ ਨੂੰ ਪੰਜਾਬੀਆਂ ਦੇ ਪੈਸੇ ਤੇ ਆਜੋ ਕਰੀਏ ਹਿਸਾਬ। ਗੋਲਡੀ ਬਰਾੜ ਕਿਹੜੀ ਜੇਲ੍ਹ 'ਚ ਹੈ ਅਮਰੀਕਾ ਦੀ 'ਚ, ਜਿਹਨੂੰ ਕਹਿੰਦੇ ਸੀ ਫੜ ਲਿਆ? ਦਿਓ ਹਿਸਾਬ। ਜਿਹੜਾ ਉਹ ਬੇਅਦਬੀਆਂ ਦਾ ਦੋਸ਼ੀ ਫੜਿਆ ਫਿਰ ਭਜਾਇਆ, ਕਿਹਦੇ ਕਹਿਣ ਤੇ ਛੱਡਿਆ? ਆਜੋ ਪੰਜਾਬੀਆਂ ਨੂੰ ਦਿਓ ਹਿਸਾਬ। ਹਿਸਾਬ ਬਹੁਤ ਦੇਣੇ ਪੈਣਗੇ। ਸਿੱਧੂ ਮੂਸੇਵਾਲੇ ਦੀ ਮੌਤ ਤੋਂ ਲੈ ਕੇ ਸੰਦੀਪ ਨੰਗਲੰਬੀਆਂ ਦੀ ਮੌਤ ਤੱਕ ਹਰ ਇੱਕ ਗੱਲ ਦਾ ਹਿਸਾਬ ਦੇਣਾ ਪਊ। ਲਾਅ ਐਂਡ ਆਰਡਰ ਦਾ ਹਿਸਾਬ ਦੇਣਾ ਪਊ, ਟਿੱਪਣੀਆਂ ਦੇ ਨਾਲ ਪੰਜਾਬ ਦੇ ਮਾੜੇ ਹਾਲਾਤਾਂ ਦਾ ਹਿਸਾਬ ਦੇਣਾ ਪਊ। ਸੋ ਅੱਜ ਗੌਰਵ ਜੀ ਸਿੱਧੀ ਗੱਲ ਇਹ ਹੈ, ਪੁੱਛੋ ਭਗਵੰਤ ਮਾਨ ਸਾਹਿਬ ਨੂੰ ਕੀ ਕਦੇ ਆਪਣੀ ਜ਼ਿੰਦਗੀ 'ਚ ਕਿਸੇ ਪੋਲੀਟੀਕਲ ਵਿਰੋਧੀ ਲਈ ਭੱਦੀ ਸ਼ਬਦਾਵਲੀ ਨਹੀਂ ਵਰਤੀ? ਇਹੀ ਵਰਤ ਕੇ ਤਾਂ ਅੱਜ ਮੁੱਖ ਮੰਤਰੀ ਬਣੇ ਨੇ। ਔਰ ਮੇਰੇ ਜਿਹੜੀਆਂ ਪਰਸਨਲ ਟਿੱਪਣੀਆਂ ਪਹਿਲਾਂ ਵੀ ਹੋਈਆਂ, ਮੇਰੇ ਦੋਸਤ ਕਹਿੰਦੇ ਜੀ B.R. ਅੰਬੇਦਕਰ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ ਹੈ। ਅੰਬੇਦਕਰ ਸਾਹਿਬ ਦੇ ਸੰਵਿਧਾਨ ਦੇ ਵਿੱਚ ਤਾਂ ਰਾਈਟ ਟੂ ਸਪੀਚ ਦੀ ਵੀ ਗੱਲ ਕਹੀ ਹੈ, ਫਿਰ ਕਿਉਂ ਮੀਡੀਆ ਹਾਊਸਸ ਤੇ ਪਰਚੇ ਦਰਜ ਕਰਦੇ ਹੋ? ਅਗਰ ਪੰਜਾਬ ਦੇ ਪੋਲੀਟੀਕਲ ਓਪੋਨੈਂਟਸ ਅਖਬਾਰ ਦੇ ਸਪਰੈਸ਼ਨ ਤੇ ਮੀਡੀਆ ਦੇ ਸਪਰੈਸ਼ਨ ਤੇ ਇਕੱਠੇ ਹੁੰਦੇ ਨੇ, ਉਹ ਤਾਂ ਮਾੜੀ ਗੱਲ ਹੈ। ਭਗਵੰਤ ਮਾਨ ਪੰਜਾਬ ਦੇ ਖਰਚੇ ਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਦੇ ਦਰ ਤੇ ਕਟੋਰਾ ਫੜ ਕੇ ਖੜੇ ਰਹਿਣ ਕਿ ਭਾਈ ਮੇਰੇ ਕੇਜਰੀਵਾਲ ਦੀ ਤੁਸੀਂ ਪੋਲੀਟੀਕਲ ਜਿਹੜੀ ਇੱਕ ਉਹਨੂੰ ਬਚਾ ਲਓ, ਇਮੇਜ ਨੂੰ ਬਚਾ ਲਓ, ਸਾਡੀ ਸਰਕਾਰ ਨੂੰ ਬਚਾ ਲਓ, ਉਹ ਕੋਈ ਗੱਲ ਨਹੀਂ। ਮੈਂ ਜਵਾਬ ਦੋਨੋਂ ਪਾਸੇ ਨਾ ਚੱਲੋ, ਇੱਕ ਸਟੈਂਡ ਲੈ ਲਓ ਜਿਹੜਾ ਲੈਣਾ, ਫਿਰ ਉਹਦੇ ਤੇ ਖੜੇ ਰਹੋ। ਠੀਕ ਹੈ, ਮੈਂ ਮਿੱਤਲ ਜੀ ਥੋੜਾ ਜਿਹਾ ਵੇਟ ਕਰੋ, ਇੱਕ ਵਾਰੀ ਆਪਾਂ ਚੰਨੀ ਦਾ ਵੀ ਰੁਖ ਕਰਵਾਂ। ਚੰਨੀ ਸਾਹਿਬ, ਤੁਸੀਂ ਖੁਦ ਕਿਵੇਂ ਦੇਖਦੇ ਹੋ? ਬੀਜੇਪੀ ਇਸ ਨੂੰ ਕਿਵੇਂ ਦੇਖਦੀ ਹੈ ਕਿ ਨਿਗਾਰਤਾ ਆ ਰਿਹਾ? ਸਾਫ਼ ਤੌਰ ਤੇ ਦਿਖਦਾ ਹੈ ਕਿ ਟਿੱਪਣੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਦੀ ਵਜ੍ਹਾ ਤੁਹਾਨੂੰ ਨਜ਼ਰ ਕੀ ਆ ਰਹੀ ਹੈ?
ਮੈਨੂੰ ਬਹੁਤ ਅਫਸੋਸ ਹੈ, ਇੱਕ ਤਾਂ ਸਾਡੀ ਪਾਰਟੀ ਨੂੰ ਵੀ ਅਫਸੋਸ ਹੈ ਕਿ ਸਾਡਾ ਇਸ ਤਰ੍ਹਾਂ ਜਿਵੇਂ ਨਾ ਆਪਾਂ ਘਰੇ ਬੈਠੇ ਹੋਈਏ ਤੇ ਅਡਲਟ ਮੂਵੀ ਮਤਲਬ ਵਿੱਚ ਚੱਲਦੀ ਹੋਵੇ ਤੇ ਸਾਰਾ ਟੱਬਰ ਹੀ ਇੱਕ ਦੂਜੇ ਤੋਂ ਸ਼ਰਮਸ਼ਾਰ ਹੋ ਰਿਹਾ ਹੁੰਦਾ ਹੈ। ਮਤਲਬ ਇੰਨਾ ਇੱਕ ਡਰਟੀ ਲਿਨਨ ਜਿਹੜਾ ਹੈਗਾ, ਦੇਖੋ ਹਰ ਬੰਦੇ ਦੇ ਪਾਸ ਦੇ ਵਿੱਚ ਕੁਛ ਨਾ ਕੁਛ ਤਾਂ ਹੁੰਦਾ ਹੈ ਤੇ ਤੁਸੀਂ ਪਬਲਿਕਲੀ ਉਹਨੂੰ ਵਾਸ਼ ਕਰਦੇ ਹੈਗੇ ਆ, ਉਹ ਜਿਹੜੇ ਲੋਕਾਂ ਤੇ ਫਰੋਲਦੇ ਆ ਤੇ ਆਪਦੇ ਵੀ ਵਿੱਚ ਫਰੋਲੀ ਜਾਂਦੇ ਆ। ਇਹ ਮਤਲਬ ਦੇਖੋ ਹੁਣ ਦੇ ਜ਼ਮਾਨੇ ਦੇ ਵਿੱਚ ਵੈਸੇ ਹੀ ਨਿਘਾਰ ਬਹੁਤ ਆ ਗਿਆ ਰਾਜਨੀਤੀ ਦੇ ਵਿੱਚ ਤੇ ਜਿੰਨੇ ਵੀ ਪਬਲਿਕ ਆਫਿਸ ਨੇ। ਇੱਕ ਗੱਲ, ਦੂਜੀ ਗੱਲ ਇਹ ਹੈਗੀ ਕਿ ਲੋਕ ਬਿਲਕੁਲ ਨਹੀਂ ਸਤਿਕਾਰ ਕਰਦੇ ਜਿਵੇਂ ਪਹਿਲੇ ਲੀਡਰਾਂ ਦਾ ਹੁੰਦਾ ਸੀ ਤੇ ਰੋਲ ਮਾਡਲ ਬਣਦੇ ਸੀਗੇ। ਹੁਣ ਅਸੀਂ ਕੀ ਹੈ, ਇੱਕ ਦੂਜੇ ਨੂੰ ਖਿੱਬੀ ਲਾਉਣ ਦੀ ਖਾਤਰ ਮਤਲਬ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਵੀ ਤੁਸੀਂ ਜਿਹੜਾ ਬੰਦਾ ਬੈਠਾ ਹੈ ਉਹਦੀ ਗੱਲ ਕਰੋ। ਉਹਦੇ ਪਿਓ ਨੇ ਕੀ ਕੀਤਾ, ਉਹਦੇ ਦਾਦੇ ਨੇ ਕੀ ਕੀਤਾ, ਉਹਦੇ ਪੜਦਾਦੇ ਨੇ ਕੀ ਕੀਤਾ, ਉਹਦੀ ਜ਼ਿੰਮੇਵਾਰੀ ਉਹ ਬੰਦੇ ਤੇ ਕਿਉਂ ਪਾਉਂਦੇ ਆ ਤੁਸੀਂ ਉਹ ਤਾਂ ਉਹਦੇ ਜੰਮਿਆ ਵੀ ਨਹੀਂ ਸੀ, ਜਦੋਂ ਬੰਦਾ ਉੱਥੇ ਹੈ ਹੀ ਨਹੀਂ ਸੀ। ਤੁਸੀਂ ਉਹਦੇ ਕਿਰਦਾਰ ਦੀ ਗੱਲ ਕਰੋ, ਤੁਸੀਂ ਉਹਦੇ ਜਿਹੜਾ ਉਹ ਕੰਮ ਕਰਦਾ ਉਹਨਾਂ ਦੀ ਗੱਲ ਕਰੋ। ਤੁਸੀਂ ਉਹਦੇ ਦਾਦੇ ਪੜਦਾਦੇ ਚਲੇ ਜਾਂਦੇ ਆ, ਫਿਰ ਇੱਕ ਦੂਜੇ ਨੂੰ ਇੰਨੇ ਤਾਨੇ ਮਿਹਣੇ ਦਿੰਦੇ ਆ ਤੁਸੀਂ। ਮਤਲਬ ਦੇਖੋ ਬਹੁਤ ਜ਼ਿਆਦਾ ਜਿਹੜਾ ਇਹ ਨਿਘਾਰ ਪਬਲਿਕ ਲਾਈਫ ਦੇ ਵਿੱਚ ਆ ਰਿਹਾ, ਵਿਚ ਇਜ਼ ਨਾਟ ਗੁੱਡ। ਔਰ ਮੈਂ ਇੱਕ ਹੋਰ ਗੱਲ ਕਹੂੰਗਾ ਕਿ ਦੇਖੋ ਇਸ ਵੇਲੇ ਜਿਹੜਾ ਰਿਪਰੈਜ਼ੈਂਟ ਕਰਦਾ ਪੰਜਾਬ ਨੂੰ, ਬਾਕੀ ਸਾਰੇ ਬੰਦੇ ਹਾਸ਼ੀਏ ਤੇ ਚਲੇ ਗਏ ਜੀ, ਹੁਣ ਰਿਪਰੈਜ਼ੈਂਟ ਕਰਦੇ ਸਰਦਾਰ ਭਗਵੰਤ ਸਿੰਘ ਮਾਨ ਕਰਦੇ, ਲੋਕ ਉਹਨਾਂ ਦੇ ਦੇਖਦੇ ਨੇ, ਸਾਰੀ ਦੁਨੀਆ ਦੇਖਦੀ। ਮੈਂ ਕਹੂੰਗਾ ਕਿ ਉਹਨਾਂ ਨੂੰ ਐਡਾ ਵੱਡਾ ਦਿਲ ਰੱਖਣਾ ਚਾਹੀਦਾ ਹੈ। ਦੇਖੋ ਜੇ ਤੁਸੀਂ ਕਿਸੇ ਦੀ ਗੱਲ ਦਾ ਜਵਾਬ ਨਾ ਦਿਓ, ਕਿੰਨੇ ਵਾਰੀ ਬੋਲੂਗਾ ਉਹ, ਆਪਣੇ ਆਪ ਚੁੱਪ ਕਰ ਦੇਗਾ। ਜੇ ਤੁਸੀਂ ਉਹਨੂੰ ਕਹੋ ਵੀ ਤੂੰ ਐ ਕਹਿ ਮੈਂ ਏਦਾਂ ਕਹੂੰਗਾ, ਉਹਦੇ ਨਾਲ ਕੀ ਹੈਗਾ ਕਿ ਇਹਦੇ ਵਿੱਚ ਮੈਂ ਇੱਕ ਹੋਰ ਦੱਸ ਦਿੰਦਾ ਕਿ ਜਿਹੜੇ ਆਪੋਜੀਸ਼ਨ ਵੱਲ ਤਾਂ ਪਹਿਲੇ ਹਾਸ਼ ਕੀਤੇ ਤੇ ਜੇ ਨੁਕਸਾਨ ਹੋਏਗਾ ਜਾਂ ਜੋ ਸਾਡੇ ਦਾ ਇਮੇਜ ਖਰਾਬ ਹੋਏਗਾ ਉਹ ਪੰਜਾਬ ਦਾ ਹੋਏਗਾ, ਭਗਵੰਤ ਸਿੰਘ ਮਾਨ ਦਾ ਹੋਏਗਾ, ਸਾਰੇ ਪੰਜਾਬੀਆਂ ਦਾ ਹੋਏਗਾ। ਮਤਲਬ ਅਸੀਂ ਇਹਦੇ ਵਿੱਚੋਂ ਕੱਢ ਕੀ ਰਹੇ ਹਾਂ, ਮੈਨੂੰ ਇਹ ਨਹੀਂ ਗੱਲ ਸਮਝ ਆ ਰਹੀ ਕਿ ਤੁਸੀਂ ਇੰਨੇ ਨਿੱਜੀ ਹੋ ਗਏ ਕਿ ਕੋਈ ਗੱਲ ਛੱਡੋ ਹੀ ਨਾ। ਤੁਸੀਂ ਉਹਦੇ ਪਿਓ ਤੱਕ, ਮੇਰੇ ਪਿਓ ਨੇ 2 ਵਿਆਹ ਕੀਤੇ, ਮੈਂ 2 ਕਰ ਲਏ, ਕਿ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ। ਪਰ ਹੁਣ ਇੱਕ ਗੱਲ ਹੈਗੀ ਹੈ ਕਿ ਕੋਈ ਕਿਸੇ ਦਾ ਪ੍ਰਿੰਸੀਪਲ ਨਹੀਂ ਹੈਗਾ, ਕੋਈ ਸਕੂਲ ਨਹੀਂ ਹੈਗਾ, ਕੋਈ ਥਿਊਰੀ ਨਹੀਂ ਹੈਗੀ। ਜੋ ਉਹਨੂੰ ਜਿਸ ਵੇਲੇ ਸੂਟ ਕਰਦਾ ਹੈ, ਚਾਹੇ ਉਹ ਕੁਛ ਹੈਗਾ ਉਹ ਕਰੇਗਾ। ਔਰ ਨਿੱਜੀ ਤੇ ਪਾਰਟੀ ਜਿਹੜਾ ਲੋਕਾਂ ਦੀ ਜਿਹੜੇ ਸੋਸ਼ਲ ਲਾਈਫ ਹੈ, ਪਬਲਿਕ ਲਾਈਫ ਹੈ, ਉਹਦੇ ਤੇ ਕੀ ਅਸਰ ਹੋਏਗਾ ਉਹਦੇ ਬਾਰੇ ਕਿਸੇ ਬੰਦੇ ਦੀ ਮੈਂ ਕਹਾਂ, ਮੈਂ ਸਾਰਿਆਂ ਨੂੰ ਪੁੱਟ ਦੇਮ ਟੁਗੇਦਰ ਕਿ ਉਹਨਾਂ ਨੂੰ ਨਹੀਂ ਇਸ ਗੱਲ ਦਾ ਫਿਕਰ ਕਿ ਸਾਡੇ ਤੋਂ ਲੋਕ ਕੀ ਤਵੱਕੋ ਕਰਦੇ ਨੇ, ਅਸੀਂ ਕੀ ਰੋਲ ਮਾਡਲ ਲੋਕਾਂ ਦੇ ਵਿਚਰਨਾ, ਲੋਕ ਸਾਨੂੰ ਕਾਪੀ ਕਰ ਦੇਣਗੇ, ਲੋਕ ਕਹਿਣਗੇ ਫਲਾਣੇ ਬੰਦੇ ਨੇ ਇਹ ਕਿਹਾ ਸੀਗਾ। ਤੇ ਜੇ ਕੋਈ ਸਿਆਣਾ ਬੰਦਾ, ਦੇਖੋ ਜੇ ਤੁਸੀਂ ਕਿਸੇ ਬੰਦੇ ਨੂੰ ਉਸੇ ਭਾਸ਼ਾ ਜਵਾਬ ਦੇਣਾ ਜਾਂ ਉਦਾਂ ਹੀ ਗੱਲ ਕਰਨੀ ਹੈ, ਫਿਰ ਤਾਂ ਕਹਿੰਦੇ ਜਿਵੇਂ ਆਪਾਂ ਕਹਿੰਦੇ 2 wrongs don't make one good one। ਤੇ ਜੇ ਫਿਰ ਇੱਕ ਬੰਦਾ ਭਕਾਈ ਕਰਦਾ ਦੂਜਾ ਵੀ ਕਰਦਾ, ਫਿਰ ਤੇ ਦੋਨੋਂ ਇੱਕੋ ਜਿਹੇ ਹੋ ਗਏ। ਤੇ ਇੱਕ ਨੂੰ ਆਪਾਂ ਮੂਰਖ ਕਹਿੰਦੇ ਤੇ ਤੁਸੀਂ ਡਾਲ ਲੱਗ ਕੇ 2 ਮੂਰਖ ਹੋ ਗਏ। ਮਤਲਬ ਇਹ ਗੱਲ ਤਾਂ ਹੋਈ ਹੈ ਨਾ ਫਿਰ ਕਿ ਫੁੱਲ ਸਟਾਪ ਲਗਾਏਗਾ ਕੌਣ? ਇਹ ਤਾਂ ਇੱਕ ਪਾਸੇ ਤੋਂ ਟਿੱਪਣੀ ਹੋਗੀ, ਦੂਜੇ ਪਾਸੇ ਤੋਂ ਵੀ ਹੋਗੀ, ਫਿਰ ਪਹਿਲੇ ਪਾਸੇ ਤੋਂ ਹੋ ਜਾਏਗੀ, ਫਿਰ ਦੂਜੇ ਪਾਸੇ ਤੋਂ ਹੋ ਜਾਏਗੀ, ਤਾਂ ਚੱਲਦਾ ਰਹੇਗਾ ਕੰਮ। ਮੈਂ ਇਹ ਕਹਿੰਦਾ ਕਿ ਇਹਦੇ ਫੁੱਲ ਸਟਾਪ ਜੇ ਕੋਈ ਲਾ ਸਕਦਾ ਤਾਂ ਜ਼ਰੂਰ ਲਾਉਣਾ ਚਾਹੀਦਾ। 1 ਨੰਬਰ ਰਿਸਪੌਂਸਿਬਿਲਿਟੀ ਉਹ ਭਗਵੰਤ ਮਾਨ ਦੀ, ਕਿਉਂਕਿ ਉਹ ਰਿਪਰੈਜ਼ੈਂਟ ਕਰਦਾ ਪੰਜਾਬ ਨੂੰ, ਉਹ 92 MLA ਨੂੰ ਰਿਪਰੈਜ਼ੈਂਟ ਕਰਦਾ, 42% ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ। ਉਹਨੂੰ ਸਾਰਿਆਂ ਤੋਂ ਵੱਡਾ ਲੀਡਰ ਉਹ ਹੈ, ਉਹਨੂੰ ਇਸ ਗੱਲ ਦਾ ਕੋਈ ਕੁਝ ਨਹੀਂ ਕਰਦਾ। ਮਤਲਬ ਤੁਹਾਨੂੰ ਲੱਗਦਾ ਕਿ ਵੱਡਾ ਦਿਲ ਦਿਖਾਣਾ ਚਾਹੀਦਾ, ਇਗਨੋਰ ਕਰਨਾ ਚਾਹੀਦਾ, ਜੋ ਕੁਝ ਬੋਲਿਆ ਜਾ ਰਿਹਾ ਬੋਲੀ ਜਾਣ ਤੋਂ, ਤੁਸੀਂ ਖੁਦ ਉਸ ਦੇ ਉੱਪਰ ਰਿਐਕਟ ਨਾ ਕਰੋ, ਤੁਸੀਂ ਇਹ ਕਹਿਣਾ ਚਾਹ ਰਹੇ ਹੋ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਠੀਕ ਹੈ ਤੁਹਾਡੀ ਗੱਲ ਆ ਗਈ, ਮੈਂ ਅੱਗੇ ਆਪਣੀ ਚਰਚਾ ਨੂੰ ਵਧਾਵਾਂ। ਮਿੱਤਲ ਸਾਹਿਬ ਦੇਖੋ ਹੁਣ ਪੁਆਇੰਟ ਘੁੰਮ ਫਿਰ ਕੇ ਆਉਂਦਾ ਹੈ ਕਿ ਸ਼ੁਰੂਆਤ ਤੁਸੀਂ ਹੀ ਕੀਤੀ, ਆਮ ਆਦਮੀ ਪਾਰਟੀ ਨੇ ਕੀਤੀ ਹੈ ਔਰ ਇਹ ਬਹੁਤ ਪੁਰਾਣੀ ਹੋ ਰੱਖੀ ਹੈ। ਵੱਖ-ਵੱਖ ਸਟੇਜਾਂ ਦੇ ਉੱਤੇ ਤੁਸੀਂ ਟਿੱਪਣੀਆਂ ਕਰਦੇ ਰਹੇ, ਕਦੇ ਕਿੱਕਲੀ ਵਾਲੀ, ਕਦੇ ਕਿਸੇ ਦੇ ਨਾਮ ਨੂੰ ਕੁਝ ਵੱਖਰੇ ਤਰੀਕੇ ਨਾਲ ਬੋਲ ਕੇ, ਸਭ ਟਿੱਪਣੀਆਂ ਦੀ ਸ਼ੁਰੂਆਤ ਤੁਸੀਂ ਖੁਦ ਕੀਤੀ ਹੈ। ਗੌਰਵ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਿਹੜੀ ਕਿਸੇ ਤੇ ਪਰਸਨਲ ਟਿੱਪਣੀਆਂ ਕਰਨੀਆਂ ਔਰ ਭੱਦੀ ਸ਼ਬਦਾਵਲੀ ਵਰਤਣੀ, ਇਹ ਕਿੱਥੋਂ ਸ਼ੁਰੂਆਤ ਹੋਈ ਹੈ। ਅਗਰ ਕਿਸੇ ਨੂੰ ਨਹੀਂ ਯਾਦ ਤੇ ਮੈਂ ਯਾਦ ਕਰਾ ਦਿੰਦਾ। ਇਹ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਹੈ ਵਿਧਾਨ ਸਭਾ ਦੇ ਵਿੱਚ ਜਦੋਂ ਵਿਕਰਮ ਮਜੀਠੀਆ ਨੇ ਰਾਣਾ ਗੁਰਜੀਤ ਨੂੰ ਗਾਲ ਕੱਢੀ ਸੀ। ਉਹ ਵੀਡੀਓ ਵੀ ਵਾਇਰਲ ਹੋਈ ਸੀ, ਉਹ ਵੀਡੀਓ ਵੀ ਤੁਹਾਡੇ ਕੋਲ ਪਈ ਹੈ, YouTube ਤੇ ਹੀ ਪਈ ਹੋਣੀ ਆ, ਨਹੀਂ ਹੈਗੀ ਮੈਂ WhatsApp ਕਰ ਦੂੰਗਾ। ਤੇ ਉਹ ਉੱਥੋਂ ਸ਼ੁਰੂਆਤ ਹੋਈ ਆ ਜਦੋਂ ਅਕਾਲੀ ਦਲ ਦਾ ਇੱਕ ਨੇਤਾ ਕਾਂਗਰਸ ਦੇ ਦੂਜੇ ਨੇਤਾ ਨੂੰ ਵਿਧਾਨ ਸਭਾ ਦੇ ਵਿੱਚ, ਜਿਹੜੀ ਵਿਧਾਨ ਸਭਾ ਨੂੰ ਅਸੀਂ ਲੋਕਤੰਤਰ ਦਾ ਮੰਦਰ ਸਮਝਦੇ ਹਾਂ, ਅਸੀਂ ਉਹਦੀ ਮਰਿਆਦਾ ਮੰਨਦੇ ਹਾਂ, ਜਿੱਥੇ ਲੋਕ ਚੁਣ ਕੇ ਜਾਂਦੇ ਨੇ, ਜਿੱਥੇ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਣੀ ਆ, ਉਸ ਵਿਧਾਨ ਸਭਾ ਦੇ ਵਿੱਚ ਵਿਕਰਮ ਮਜੀਠੀਆ ਨੇ ਸ਼ਰੇਆਮ ਗਾਲ ਕੱਢੀ ਸੀ ਰਾਣਾ ਗੁਰਜੀਤ ਨੂੰ। ਤੇ ਇਹ ਉੱਥੋਂ ਸ਼ੁਰੂਆਤ ਹੋਈ ਆ। ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ, ਮੈਨੂੰ ਦੱਸੋ ਕਿ ਆਮ ਆਦਮੀ ਪਾਰਟੀ ਨੇ ਕਦੇ ਜਿਹੜੀਆਂ ਟਿੱਪਣੀਆਂ ਇਹਨਾਂ ਲੋਕਾਂ ਨੇ ਕੀਤੀਆਂ ਕਿ ਕਦੇ ਐਡੀ ਭੱਦੀ ਸ਼ਬਦਾਵਲੀ ਕਿਸੇ ਦੇ ਖਿਲਾਫ ਵਰਤੀ ਆ? ਆਮ ਆਦਮੀ ਪਾਰਟੀ ਨੂੰ ਇਹਨਾਂ ਲੋਕਾਂ ਨੇ ਹਮੇਸ਼ਾ ਟਾਰਗੇਟ ਕੀਤਾ। ਅੱਜ ਖੜਿਆਲ ਸਾਹਿਬ ਤੁਹਾਨੂੰ ਜ਼ਿਆਦਾ ਟਿੱਪਣੀਆਂ ਤੋਂ ਪ੍ਰੋਬਲਮ ਹੈ ਜਿਹੜੀ ਪਰਿਵਾਰ ਨੂੰ ਲੈ ਕੇ ਕਰ ਦਿੱਤੀ ਗਈ, ਸੀਐਮ ਦੇ ਪਰਿਵਾਰ ਨੂੰ ਲੈ ਕੇ ਕੀਤੀ ਗਈ, ਕਿਸੇ ਦੀ ਫੈਮਿਲੀ ਦੇ ਬਾਰੇ। ਅਗਰ ਮਾਨ ਸਾਹਿਬ ਦੇ ਤੁਸੀਂ ਇੱਕ ਮਿੰਟ ਜੀ, ਕਿਸੇ ਮਾਨ ਸਾਹਿਬ ਦੇ ਬਾਰੇ ਤੁਸੀਂ ਏਦਾਂ ਬੋਲੋਗੇ ਤੇ ਫਿਰ ਤੁਸੀਂ ਇਹ ਕਿਉਂ ਉਮੀਦ ਕਰਦੇ ਹੋ ਕਿ ਮਾਨ ਸਾਹਿਬ ਚੁੱਪ ਰਹਿਣਗੇ?
ਕਰਨਗੇ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮਾਨ ਸਾਹਿਬ ਇੱਕ ਬੋਲਣ ਵਾਲੇ ਮੁੱਖ ਮੰਤਰੀ ਨੇ, ਜਿਹੜੇ ਨੂੰ ਕਿ ਬੋਲਣਾ ਆਉਂਦਾ, ਜਿਹੜੇ ਕਿ ਬੋਲਣਾ ਜਾਣਦੇ ਨੇ, ਜਿਨ੍ਹਾਂ ਦੇ ਕੋਲੇ ਹਰ ਗੱਲ ਦਾ ਜਵਾਬ ਆ। ਤੇ ਅਗਰ ਤੁਸੀਂ ਡੂਮਣੇ ਦੇ ਵਿੱਚ ਛੇੜਛਾੜ ਕਰੋਗੇ ਤੇ ਫਿਰ ਡੂਮਣਾ ਤੁਹਾਨੂੰ ਲੜੇਗਾ ਹੀ ਲੜੇਗਾ, ਜਿਹੜੀ ਉਹਨਾਂ ਨੇ ਵੀ ਗੱਲ ਕਹੀ ਆ। ਖੜਿਆਲ ਸਾਹਿਬ ਗੱਲ ਕਰ ਰਿਹਾ, ਖੜਿਆਲ ਸਾਹਿਬ ਇਹ ਗੱਲ ਕਰ ਰਿਹਾ, ਕਹਿੰਦੇ ਜੀ ਇਹ ਮਾਨ ਸਾਹਿਬ ਜਦੋਂ ਬੋਲਦੇ ਨੇ ਤਾਂ ਪੰਜਾਬ ਦਾ ਇੱਕ ਮੈਸੇਜ ਜਾਂਦਾ, ਪੰਜਾਬ ਦੀ ਇਮੇਜ ਉਹਨਾਂ ਦੇ ਨਾਲ ਜੁੜੀ ਹੋਈ ਆ। ਬਹੁਤ ਵਧੀਆ ਗੱਲ ਕਹੀ, ਮੈਂ ਵੀ ਮੰਨਦਾ। ਪਰ ਕੀ ਜਦੋਂ ਵਿਰੋਧੀ ਧਿਰ ਦੇ ਨੇਤਾ ਮਾਨ ਸਾਹਿਬ ਦੇ ਬਾਰੇ ਟਿੱਪਣੀ ਕਰਦੇ ਨੇ, ਕੀ ਉਦੋਂ ਪੰਜਾਬ ਦੀ ਇਮੇਜ ਖਰਾਬ ਨਹੀਂ ਹੁੰਦੀ? ਕਿ ਮਾਨ ਨਹੀਂ ਇੱਕ ਮਿੰਟ ਚੁੱਪ ਕਰੋ, ਕੀ ਮਾਨ ਸਾਹਿਬ ਦੀ ਉਦੋਂ ਜਵਾਬ ਦਿਓ, ਚੁੱਪ ਨਹੀਂ ਕਰ ਸਕਦੇ, ਕੀ ਪੰਜਾਬ ਤੁਸੀਂ ਕਰੋਗੇ, ਇੱਕ ਮਿੰਟ